एक्सप्रेस सच दा आधार। काले कानून रद्द करो, रद्द करो, रद्द करो। किसान यूनियन जिंदाबाद, जिंदाबाद, जिंदाबाद। महीने साल बैठ के मुड़ जाइए, ऐसा किसानी अंदोलन कल नहीं होना। सच दसीए तो वापस ले ला फैसले, बिना फैसले सरकारें हल नहीं होना, बिना फैसले सरकारें हल नहीं होना। इस समय असी मौजूद हाँ सैला खुर्द विखे, जिथे संयुक्त किसान मोर्चे वालों भरवां इकट्ठ करके धरना लगाया जा रहा ते इस भारत बंद के सद्दे नूं पूਰਨ तौर पर यकीनी बनाया जा रहा। साडे नाल कुछ आगू भी मौजूद ने, इन्हां नाल भी राबता साझा करते हैं। सब तो पहला स्वागत है बाई जी तुहाडा दुआबा एक्सप्रैस चैनल ते। शुक्रिया जी, धन्यवाद। अज जो सारे हिंदुस्तान विच भारत बंद का सद्दा दिता गया, ये मोदी वालों जिहड़े भाजपा सरकार वालों किसानां नाल धक्का कीता जा रहा, जिहदे विच काले कानून जिहड़े आ किसानी नूं तबाह करन लई ते मजदूर नूं बर्बाद करन लई बनाए गए आ। उस दे विरोध दे विच अज सारे थाहीं धरने दिते जा रहे आ ते ਇਹਦੇ ਨਾਲ किसान ਜਿਹੜਾ ਆ मजदूर आ हरेक वर्ग इस ਇਹਦੇ ਵਿਰੋਧ ਵਿੱਚ ਇਸ ਵੇਲੇ ਖੜਾ ਆ ਤੇ ਨਾਲ ਹੋਰ ਬੇਨਤੀ ਮੈਂ ਕਰਨੀ ਆ ਵੀ ਜਿਹੜੇ ਇਹਨਾਂ ਨੂੰ ਤਿੰਨਾਂ ਕਾਨੂੰਨਾਂ ਨੂੰ ਟੋਟਲ ਰੱਦ ਕਰਕੇ ਕੇਂਦਰ ਸਰਕਾਰ ਹੋਰ ਜਿਹੜੇ ਆ ਗਾਹਾਂ ਵੀ ਉਲਟ ਫੁਲਟ ਕਾਨੂੰਨ ਬਣਾ ਰਿਹਾ ਉੱਤੇ ਵੀ ਲਗਾਮ ਦਿੱਤੀ ਜਾਵੇ, ਨਹੀਂ ਤਾਂ ਇਹਦੇ ਜਿਹੜੇ ਖਮਿਆਜੇ ਆ ਇਹ ਸਰਕਾਰ ਨੂੰ ਭੁਗਤਣੇ ਪੈਣੇ ਆ। मैं इन्हां गल्लां नाल अपना समाप्त करदा हां। ਸਾਡੇ ਨਾਲ ਬਜ਼ੁਰਗ ਵੀ ਮੌਜੂਦ ਨੇ। ਬਜ਼ੁਰਗੋ 600 ਤੋਂ ਵੱਧ ਸ਼ਹਾਦਤਾਂ ਹੋ ਚੁੱਕੀਆਂ, 10 ਮਹੀਨੇ ਦਾ ਇੱਕ ਲੰਮਾ ਪੈਡਾ ਹੋ ਚੁੱਕਾ। ਪਿਛਲੀਆਂ ਸਰਦੀਆਂ ਦੇ ਅਸੀਂ ਬਾਰਡਰਾਂ ਤੇ ਬੈਠੇ ਆ, ਮੋੜ ਸਰਦੀਆਂ ਆ ਚੁੱਕੀਆਂ। ਕੀ ਕਹਿਣਾ ਚਾਹੋਗੇ ਸਰਕਾਰਾਂ ਨੂੰ? ਇਹ ਕਹਿਤਾ ਜੋ ਕਹਿਣਾ ਮੇਰੇ ਵੀਰ ਨੇ। ਪੁੱਤ ਕਿਸਾਨ ਦਾ ਯੋਧਾ ਪੰਜਾਬ ਦਾ, ਮੋਦੀ ਨੂੰ ਪਿਆ ਲਲਕਾਰ ਦਾ। ਪੁੱਤ ਕਿਸਾਨ ਦਾ ਯੋਧਾ ਪੰਜਾਬ ਦਾ, ਮੋਦੀ ਨੂੰ ਪਿਆ ਲਲਕਾਰ ਦਾ। मोदी सरकार मुर्दाबाद, मोदी सरकार मुर्दाबाद, मोदी सरकार मुर्दाबाद। ਤੁਸੀਂ ਦੇਖ ਸਕਦੇ ਹੋ ਜਿੱਥੇ ਨੌਜਵਾਨ ਵੀ ਸਾਡੇ ਇਕੱਠੇ ਹੋਏ ਨੇ, ਉੱਥੇ ਬਜ਼ੁਰਗਾਂ ਦੇ ਵਿੱਚ ਵੀ ਠਾਠਾ ਮਾਰਦਾ ਜੋਸ਼ ਹਾਲੇ ਵੀ ਬਰਕਰਾਰ ਹੈ। ਚਾਹੇ ਇਸ ਅੰਦੋਲਨ ਨੂੰ 10 ਮਹੀਨੇ ਤੋਂ ਵੱਧ ਦਾ ਸਮਾਂ ਹੋ ਚੁੱਕਾ, ਪਰ ਜੋ ਸ਼ੁਰੂ ਵੇਲੇ ਜੋਸ਼ ਬਰਕਰਾਰ ਸੀ ਉਹ ਹਜੇ ਵੀ ਬਰਕਰਾਰ ਹੈ। ਬਾਈ ਜੀ, ਅੱਜ ਬੰਦ ਦੀ ਕਾਲ ਦਿੱਤੀ ਗਈ ਸੀ, ਸਾਰਿਆਂ ਦੇ ਵੱਲੋਂ ਪੂਰਾ ਸਾਥ ਮਿਲਿਆ? ਦੇਸ਼ ਵਿਦੇਸ਼ ਵਿੱਚ ਇਸ ਚੈਨਲ ਦੇ ਰਾਹੀਂ ਦੇ ਸੰਘਰਸ਼ ਨੂੰ ਦੇਖ ਰਹੇ ਸਾਰੇ ਸੱਜਣ ਮਿੱਤਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਕਿ ਅੱਜ ਸੰਯੁਕਤ ਕਿਸਾਨ ਮੋਰਚਾ ਜੋ ਦਿੱਲੀ ਵਿਖੇ ਚੱਲ ਰਿਹਾ ਹੈ, ਉਹਦੇ ਵੱਲੋਂ ਭਾਰਤ ਬੰਦ ਦਾ ਕਾਲ ਦਿੱਤੀ ਗਈ ਸੀਗੀ। ਉਹਦੇ ਨੂੰ ਮੁੱਖ ਰੱਖਦੇ ਹੋਏ ਇਲਾਕਾ ਸੈਲਾ ਖੁਰਦ ਦੇ ਸਾਰੇ ਕਿਸਾਨ ਜਥੇਬੰਦੀਆਂ, ਮਜ਼ਦੂਰ ਜਥੇਬੰਦੀਆਂ ਇੱਥੇ ਅਸੀਂ ਪਹੁੰਚੇ ਹਾਂ। ਅਤੇ ਸਭ ਤੋਂ ਪਹਿਲਾਂ ਤਾਂ ਜੋ ਦਿੱਲੀ ਵਿੱਚ 10 ਮਹੀਨੇ ਤੋਂ ਸਾਡੇ ਬਜ਼ੁਰਗ, ਮਾਤਾਵਾਂ, ਭੈਣਾਂ, ਵੀਰ ਉੱਥੇ ਬੈਠੇ ਆ, ਸਾਡੇ ਸਾਰੇ ਇਲਾਕੇ ਵੱਲੋਂ ਉਹਨਾਂ ਨੂੰ ਬਹੁਤ ਸਲੂਟ ਵਾ, ਬਹੁਤ ਉਹਨਾਂ ਦਾ ਧੰਨਵਾਦ ਵਾ। ਉਹਨਾਂ ਦਾ ਦੇਣਾ ਅਸੀਂ ਨਹੀਂ ਦੇ ਸਕਦੇ। ਦੂਜੇ ਤੋਂ ਜੋ ਇਲਾਕੇ ਵਿੱਚੋਂ ਅਸੀਂ ਇਕੱਠੇ ਹੋਏ ਆ ਅਤੇ ਅਸੀਂ ਵੀ ਸਿਰਫ ਚਲੋ ਜਿੰਨਾ ਸਾਡਾ ਬਣਦਾ ਆ ਸਹਿਯੋਗ ਉਹ ਕਰਨ ਉੱਥੇ ਆਏ ਆ। ਅਤੇ ਬਾਕੀ ਅਸੀਂ ਆਪਣੇ ਜੋ ਸੰਯੁਕਤ ਕਿਸਾਨ ਸੰਯੋਗ ਮੋਰਚਾ ਦਿੱਲੀ ਬੈਠਾ ਆ, ਉਹਨਾਂ ਦੇ ਨਾਲ ਵੀ ਜੋ ਜਿੰਨੇ ਵੀ ਹੈਗੇ ਜਥੇਬੰਦੀ ਸਾਰਿਆਂ ਨਾਲ ਅਸੀਂ ਵਾਅਦਾ ਇਹੀ ਕਰਦੇ ਹਾਂ ਕਿ ਜਿੰਨੇ ਜੋਗੇ ਹੈਗੇ ਅਸੀਂ ਉਹਨਾਂ ਨਾਲ ਖੜੇ ਆ। ਕੀਤੀ ਗਈ ਸੀ ਕਿ ਆਮ ਜਨਤਾ, ਕਿਉਂਕਿ ਜੋ ਬੰਦ ਦਾ ਅਸਰ ਇੱਕ ਆਮ ਜਨਤਾ ਤੇ ਹੀ ਜ਼ਿਆਦਾ ਦੇਖਣ ਨੂੰ ਮਿਲਦਾ ਹੈ। ਕੋਈ ਐਮਰਜੈਂਸੀ ਕਾਲ, ਐਮਰਜੈਂਸੀ ਸੇਵਾਵਾਂ ਛੱਡੀਆਂ ਗਈਆਂ ਥੋੜੇ ਦੇਖ ਸਕਦੇ ਆ। ਇੱਥੇ ਉੱਧਰ ਉੱਧਰ ਵੀ ਜਗ੍ਹਾ ਛੱਡੀ ਆ, ਐਮਰਜੈਂਸੀਆਂ ਦਾ ਕੋਈ ਵੀ ਆਉਂਦਾ ਉਹਨਾਂ ਨੂੰ ਲੰਗਰ ਦੇ ਦਿੰਦੇ ਆ। ਕੋਈ ਇੱਧਰ ਕੋਈ ਪਰੇਸ਼ਾਨੀ ਨਹੀਂ ਹੈਗੀ। ਸਾਡਾ ਮਕਸਦ ਇਹ ਆ ਵੀ ਸਿਰਫ ਸੈਂਟਰ ਸਰਕਾਰ ਨੂੰ ਅਸੀਂ ਦਿਖਾਉਣਾ ਆ। ਜੋ ਐਮਰਜੈਂਸੀ ਆਉਂਦੇ ਸਾਡੇ ਭੈਣ ਭਰਾ ਆ, ਸਾਡੇ ਬਜ਼ੁਰਗ ਆ, ਸਾਡਾ ਮਕਸਦ ਇਹ ਹੈਗਾ ਉਹਨਾਂ ਨੂੰ ਤੰਗ ਕਰਨਾ। ਤੋਮਰ ਸਾਹਿਬ ਦਾ ਵੀ ਅੱਜ ਸਵੇਰੇ ਬਿਆਨ ਨਿਕਲ ਕੇ ਸਾਹਮਣੇ ਆਉਂਦਾ, ਜਦੋਂ ਉਹਨਾਂ ਦਾ ਸਾਡਾ ਬਿਆਨ ਥੋੜਾ ਜੀ ਨਹੀਂ ਕਰਦਾ ਜਿੱਦਾਂ ਉਹਦੇ ਬਿਆਨ ਵਾ। ਜਿੰਦਾਬਾਦ, ਜਿੰਦਾਬਾਦ। ਕਿਉਂਕਿ ਉਹ ਤਾਂ ਫੇਰ ਗੱਲ ਕਰਨ ਨੂੰ ਤਿਆਰ। ਗੱਲ ਕਹਿੰਦੇ ਆ, ਗੱਲ ਕਰਨੀ ਆ, ਕਾਨੂੰਨਾਂ ਬਾਰੇ ਗੱਲ ਨਾ ਕਰਿਓ, ਫਿਰ ਉੱਥੇ ਰਿਸ਼ਤਾ ਮੰਗਣ ਥੋੜ੍ਹਾ ਜਾਣਾ। ਸੋ ਦੇਖ ਸਕਦੇ ਆ ਮੇਰੇ ਨਾਲ ਕਿਸਾਨ ਵੀਰ ਸੈਲਾ ਖੁਰਦ ਦਾ ਆਪਾਂ ਮੌਜੂਦ ਨੇ, ਜਿੱਥੇ ਕਿ ਕਿਸਾਨ ਵੀਰਾਂ ਵੱਲੋਂ ਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਇੱਕ ਵੱਡੀ ਗੱਲ ਕਹੀ ਗਈ ਸੀ ਕਿ ਐਮਰਜੈਂਸੀ ਸੇਵਾਵਾਂ, ਚਾਹੇ ਉਹ ਫਾਇਰ ਬ੍ਰਿਗੇਡ ਦੀਆਂ ਸੇਵਾਵਾਂ ਹੋਣ, ਚਾਹੇ ਹਸਪਤਾਲ ਦੀਆਂ ਸੇਵਾਵਾਂ ਹੋਣ, ਚਾਹੇ ਮੈਡੀਕਲ ਸਟੋਰ ਦੀਆਂ ਸੇਵਾਵਾਂ ਹੋਣ, ਉਹਨਾਂ ਨੂੰ ਕੋਈ ਵੀ ਤੰਗੀ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਵੀਰ ਜੀ, ਇੱਕ ਮਿੰਟ ਤੁਸੀਂ ਰੋਕ ਸਕਦੇ ਆ? ਕਿੱਥੋਂ ਆਏ ਹੋ ਵੀਰ ਜੀ? ਤੁਹਾਡੇ ਤੋਂ ਆਏ ਹਾਂ। ਕੋਈ ਰਾਹ ਦੇ ਵਿੱਚ ਕਿੰਨੇ ਮੋਰਚੇ ਲੱਗੇ ਮਿਲੇ? ਕੋਈ ਕਿਤੇ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਤਾਂ ਨਹੀਂ ਕਰਨਾ ਪਿਆ? ਕੋਈ ਮਿਲਿਆ ਨਹੀਂ ਸਰ। ਪੂਰਾ ਸਾਥ ਮਿਲਿਆ। ਸੋ ਤੁਸੀਂ ਲੋਕਾਂ ਦਾ ਵੀ ਦੇਖ ਸਕਦੇ ਹੋ ਕਿ ਜਿੱਥੇ ਐਮਰਜੈਂਸੀ ਸੇਵਾਵਾਂ ਨੂੰ ਛੱਡਣ ਦੀ ਗੱਲ ਕੀਤੀ ਗਈ ਸੀ, ਉੱਥੇ ਬਖੂਬੀ ਤੌਰ ਤੇ ਛੱਡੀਆਂ ਵੀ ਜਾ ਰਹੀਆਂ। ਇਹ ਤੁਹਾਨੂੰ ਲਾਈਵ ਤਸਵੀਰਾਂ ਸੈਲਾ ਖੁਰਦ ਦੀਆਂ ਦਿਖਾ ਰਹੇ ਹਾਂ।
ਬੰਦ ਦੀ ਕਾਲ ਦੇ ਵਿੱਚ ਚਰਨਜੀਤ ਸਿੰਘ ਜੱਸੋਵਾਲ ਵੀ ਮੌਜੂਦ ਨੇ, ਜਿਨ੍ਹਾਂ ਦਾ ਇਸ ਕਿਸਾਨੀ ਸੰਘਰਸ਼ ਦੇ ਵਿੱਚ ਬਹੁਤ ਹੀ ਵੱਡਮੁੱਲਾ ਯੋਗਦਾਨ ਰਿਹਾ ਹੈ। ਪਹਿਲੇ ਦਿਨ ਤੋਂ ਹੀ ਕਿਸਾਨ ਵੀਰਾਂ ਦੇ ਨਾਲ ਮੋਢਾ ਜੋੜ ਕੇ ਖੜੇ ਨੇ। ਇਹਨਾਂ ਨਾਲ ਵੀ ਰਾਬਤਾ ਸਾਂਝਾ ਕਰਦੇ ਹਾਂ। ਸਵਾਗਤ ਹੈ ਬਾਬਾ ਜੀ ਤੁਹਾਡਾ ਦੁਆਬਾ ਐਕਸਪ੍ਰੈਸ ਚੈਨਲ ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸੰਸਾਰ ਦੇ ਸਿੱਖ ਸੰਗਤਾਂ ਨੂੰ ਬੇਨਤੀ ਕਰਨੀ ਚਾਹੁੰਦਾ, ਜੋ ਲਗਭਗ ਦਿੱਲੀ ਮੋਰਚਾ, ਸੰਯੁਕਤ ਮੋਰਚਾ ਕਿਸਾਨ ਲੱਗਿਆ ਹੋਇਆ ਦਿੱਲੀ ਦੇ ਹਰ ਬਾਰਡਰ ਦੇ ਉੱਪਰ 4 ਛਪੇਰੇ। ਇਹ ਲਗਭਗ 5-7 ਮਹੀਨੇ ਪਹਿਲਾਂ ਪੰਜਾਬ 'ਚ ਵੀ ਮੋਰਚਾ ਚੱਲਿਆ, ਪਰ ਹੁਣ 32 ਜਥੇਬੰਦੀਆਂ ਕਿਸਾਨ ਮੋਰਚੇ ਦੇ ਵਿੱਚ ਸੰਯੁਕਤ ਮੋਰਚਾ, ਜਿਸ ਦਾ ਨਾਮ ਹੈ, ਦਿੱਲੀ ਤੋਂ ਚੱਲ ਰਿਹਾ। ਅਸੀਂ ਥੋੜ੍ਹੇ ਦਿਨ ਪਹਿਲਾਂ ਹੀ ਸਮੁੱਚੇ ਸੰਤ ਸਮਾਜ ਨੂੰ ਨਾਲ ਲੈ ਕੇ ਕਿਸਾਨ ਮੋਰਚੇ ਦੀ ਹਮਾਇਤ ਵਾਸਤੇ ਅਸੀਂ ਸੰਸਾਰ ਦੀਆਂ ਸੰਗਤਾਂ ਨੂੰ ਪਹਿਲਾਂ ਵੀ ਸਪਸ਼ਟ ਕੀਤਾ, ਅੱਜ ਵੀ ਸਪਸ਼ਟ ਕਰਦੇ ਹਾਂ। ਜਿੰਨਾ ਵੀ ਸੰਤ ਸਮਾਜ ਹੈ ਉਹਦੀ ਅਗਵਾਈ ਕਰਨ ਵਾਸਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਜੀ ਰੋਡੇ, ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਦੇ ਭਤੀਜੇ, ਉਹਨਾਂ ਨੂੰ 1-1.5 ਮਹੀਨੇ ਤੋਂ ਕਿਸਾਨ ਮੋਰਚੇ ਦੇ ਨੇਤਾ, ਉੱਥੇ ਬਹੁਜਨ ਸਮਾਜ ਪਾਰਟੀ ਦੇ ਨੇਤਾ, ਹੋਰ ਵੀ ਜਥੇਬੰਦੀਆਂ, ਸਾਧੂ ਸੰਤ ਸਮਾਜ, ਦਲਿਤ ਸਮਾਜ ਦੇ ਜਿਹੜੇ ਸਾਧੂ ਸੰਤ ਮਹਾਤਮਾ ਸਨ, ਖਰਾਲਗੜ੍ਹ ਤੋਂ ਸਨ, ਜਾਂ ਇੰਡੀਆ ਦੇ ਭਾਈ ਬਾਬਾ ਕੁਲਵੰਤ ਸਿੰਘ ਜੀ ਤੇ ਸਤਿੰਦਰ ਸਿੰਘ ਜੀ ਹੀਰਾ ਜੋ ਖਰਾਲਗੜ੍ਹ ਤੋਂ, ਸੁਰਿੰਦਰ ਸਿੰਘ ਜੀ ਜੋ ਇਹਨਾਂ ਦੇ ਸਕੱਤਰ ਹਨ, ਉਹ ਸਾਡੇ ਨਾਲ ਦਿੱਲੀ ਮੋਰਚੇ ਵਿੱਚ ਵੀ। ਇਹ ਜੋ ਬਾਬਾ ਬੰਦਾ ਸਿੰਘ ਬਹਾਦਰ ਫਤਿਹ ਮਾਰਚ, ਅਸੀਂ ਇਸ ਮਾਰਚ ਦਾ ਨਾਂ ਰੱਖਿਆ ਸੀ ਕਿ ਸਭ ਤੋਂ ਪਹਿਲਾਂ ਜਿਹੜੀਆਂ ਜ਼ਮੀਨਾਂ ਮਤਲਬ ਸੰਸਾਰ ਦੇ ਧਰ ਦਿੱਤੀਆਂ, ਉਹ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਦਿੱਤੀਆਂ ਗਈਆਂ ਸਨ। ਇਸ ਕਰਕੇ ਬਾਬਾ ਬੰਦਾ ਸਿੰਘ ਫਤਿਹ ਮਾਰਚ ਨਾਂ ਰੱਖਿਆ ਸੀਗਾ, ਜਿਹੜਾ 23 ਤਰੀਕ ਰਾਤ ਨੂੰ ਲਗਭਗ 3000 ਗੱਡੀ ਲੈ ਕੇ ਉੱਥੇ ਪਹੁੰਚਿਆ, ਜਿਸ ਵਿੱਚ ਦਲਿਤ ਸਮਾਜ, ਬਹੁਜਨ ਸਮਾਜ ਪਾਰਟੀ ਦੇ ਨੇਤਾ, ਉੱਥੇ ਸੰਤ ਸਮਾਜ ਦੇ ਨੇਤਾ, ਵਪਾਰੀ, 8.5 ਕਰੋੜ ਵਪਾਰੀਆਂ ਦੇ ਪ੍ਰਧਾਨ ਆਪਣੇ ਤਰਨ ਜੈਨ ਜੀ, ਉਹ ਵੀ ਵਿੱਚ ਪਹੁੰਚੇ ਸਨ, ਜਿਨ੍ਹਾਂ ਨੇ ਮੋਰਚੇ ਸਟੇਜ ਤੋਂ ਸੰਬੋਧਨ ਵੀ ਕੀਤਾ। ਉੱਥੇ ਬਲਵੀਰ ਸਿੰਘ ਜੀ ਰਾਜੇ ਆਣੇ ਨੇ, ਟਕੈਤ ਜੋ ਯੂਪੀ ਤੋਂ ਨੇਤਾ ਹਨ ਤਿੱਕੜੀ ਬਾਰਡਰ ਦੇ ਉੱਪਰ, ਉਹਨਾਂ ਨੇ ਵੀ ਸੰਬੋਧਨ ਕੀਤਾ। ਅੱਜ ਜੋ ਭਾਰਤ ਦੀ ਬੰਦ ਦੀ ਕਾਲ ਦਿੱਤੀ ਗਈ ਹੈ, ਮੈਂ ਆਪਣੇ ਸੈਲੇ ਇਲਾਕੇ ਦੇ ਵਿੱਚੋਂ, ਇਹ ਤੋਂ ਬਾਅਦ ਗੜ੍ਹਸ਼ੰਕਰ ਵੀ ਜਾਣਾ, ਸਮੁੱਚਿਆਂ ਸੰਸਾਰ ਦੀਆਂ ਸੰਗਤਾਂ ਨੂੰ, ਕਿਸਾਨਾਂ ਨੂੰ, ਵਪਾਰੀਆਂ ਨੂੰ, ਮਜ਼ਦੂਰਾਂ ਨੂੰ ਮੈਂ ਇਹ ਬੇਨਤੀ ਕਰਨੀ ਚਾਹੁੰਦਾ, ਇਹ ਨਾ ਸਮਝੋ ਕਿ ਇਹ ਜਿਹੜਾ ਮੋਰਚਾ ਲੱਗਿਆ ਸਿਰਫ ਕਿਸਾਨਾਂ ਜ਼ਿਮੀਂਦਾਰਾਂ ਦਾ ਹੀ ਆ। ਇਹ ਜਿੰਨੇ ਵੀ ਆਪਾਂ ਦਿਹਾੜੀਦਾਰ, ਦਿਹਾੜੀ ਕਰਨ ਵਾਲੇ ਲੋਕ ਆ, ਜਾਂ ਗੁਰਦੁਆਰੇ ਸਹਿਬਾਨਾਂ ਦੇ ਵਿੱਚ ਕੋਈ ਸੰਤ ਮਹਾਤਮਾ ਬੈਠਾ, ਆਪਾਂ 6 ਮਹੀਨੇ ਬਾਅਦ ਕੱਪੜਾ ਪਾ ਸਕਦੇ ਆ, ਉਹਨੂੰ ਆਪਾਂ ਸਾਲ ਵਾਸਤੇ ਵੀ ਤਰੀਕ ਪਾ ਸਕਦੇ ਕਿ ਸਾਲ ਬਾਅਦ ਨਵੇਂ ਕੱਪੜੇ ਲੈ ਲਵਾਂਗੇ। ਜੇ ਕੋਈ ਮਨੁੱਖ ਮਕਾਨ ਬਣਾਉਂਦਾ, ਉਹ ਮਕਾਨ ਆਪਾਂ 25 ਸਾਲਾਂ 'ਚ ਕਦੀ ਵਾਰੀ ਬਣਾਉਣੇ ਆ, ਪਰ ਜਿਹੜੀ ਰੋਟੀ ਆ ਆਪਾਂ ਦਿਹਾੜੀ 'ਚ ਸਾਰੇ 3 ਵਾਰੀ ਖਾਂਦੇ ਆ। ਇਸ ਕਰਕੇ ਜੇ ਕਿਸਾਨ ਭੁੱਖਾ ਮਰੂਗਾ, ਵਪਾਰੀ ਭੁੱਖਾ ਮਰੂਗਾ, ਦਿਹਾੜੀਦਾਰ ਕਾਮੇ ਲੋਕ ਭੁੱਖੇ ਮਰਨਗੇ। ਇਸ ਕਰਕੇ ਸਮੁੱਚੇ ਸੰਸਾਰ ਦੇ ਲੋਕਾਂ ਨੂੰ, ਉਹ ਹਿੰਦੂ ਹੋਣ, ਉਹ ਮੁਸਲਮਾਨ ਹੋਣ, ਉਹ ਸਿੱਖ ਹੋਣ, ਈਸਾਈ ਹੋਣ, ਸਾਰਿਆਂ ਦਾ ਫਰਜ਼ ਬਣਦਾ ਸਾਡੇ ਅੰਨ ਦੇ ਉੱਪਰ ਇਹ ਡਾਕਾ ਮਾਰਿਆ ਜਾ ਰਿਹਾ ਹੈ। ਜਿਹੜੀ ਸਾਡੀ ਫਸਲ ਹੈ, ਕਿਉਂ ਜਿਸ ਤਰ੍ਹਾਂ ਜ਼ਿਮੀਂਦਾਰਾਂ ਦੀ ਫਸਲ ਆ ਕਿ ਇੱਕ ਖੇਤ ਦੇ ਵਿੱਚੋਂ ਲਗਭਗ 27 ਕੁਆਂਟਲ ਜਿਹੜੀ ਆਪਣੇ ਝੋਨਾ ਉਹ ਗੌਰਮੈਂਟ ਖਰੀਦੂਗੀ, ਜਿਹਦੇ ਉੱਪਰ 5 ਕੁਆਂਟਲ ਜਾਂ 10 ਕੁਆਂਟਲ ਹੋਰ ਵੱਧ ਜਾਂਦਾ, ਉਹ ਆਪਣੀ ਮਨਮਰਜ਼ੀ ਦੇ ਨਾਲ ਕਹੂਗੀ ਸਾਨੂੰ 700 ਰੁਪਏ ਕੁਆਂਟਲ ਦਿਓ, ਆਪਣੇ ਚੱਕ ਕੇ ਘਰਾਂ ਨੂੰ ਲੈ ਜਾਓ। ਇਹ ਆਉਣ ਵਾਲੇ ਸਮੇਂ ਸਾਨੂੰ ਬਹੁਤ ਵੱਡੀਆਂ ਦਿੱਕਤਾਂ ਆਣੀਆਂ। ਮੈਂ ਮਜ਼ਦੂਰਾਂ ਨੂੰ, ਵਪਾਰੀਆਂ ਨੂੰ, ਸੰਸਾਰ ਦੇ ਲੋਕਾਂ ਨੂੰ, ਕਿਸਾਨਾਂ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਤੇ ਉੱਥੇ ਮੋਦੀ ਨੂੰ ਵੀ ਕਹਿਣਾ ਚਾਹੁੰਦੇ ਆ ਕਿ ਤੂੰ ਆਪਣਾ ਸਖਤ ਰਵੱਈਆ ਛੱਡ ਦੇ। ਜੇ ਤੈਨੂੰ ਸੰਸਾਰ ਦੇ ਲੋਕ, ਪੰਜਾਬ ਦੇ ਲੋਕ, ਹਰਿਆਣੇ ਦੇ ਲੋਕ, ਯੂਪੀ ਦੇ ਲੋਕ ਗੱਦੀ ਉੱਪਰ ਬਿਠਾ ਸਕਦੇ, ਤੈਨੂੰ ਗੱਦੀ ਤੋਂ ਲਾਣਾ ਵੀ ਜਾਣਦੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਈ ਜੀ, ਜੋ ਸੰਯੁਕਤ ਕਿਸਾਨ ਮੋਰਚੇ ਵੱਲੋਂ ਅੱਜ ਬੰਦ ਦੀ ਕਾਲ ਦਿੱਤੀ ਗਈ ਸੀ, ਕਿੱਦਾਂ ਦਾ ਰਿਸਪੌਂਸ ਆਮ ਵਰਗ ਦਾ ਦੇਖਣ ਨੂੰ ਮਿਲਿਆ? ਬਹੁਤ ਵਧੀਆ। ਸਾਰੇ ਆਮ ਜਨਤਾ ਦੇ ਵਿੱਚ, ਹਰ ਇੱਕ ਨਾਗਰਿਕ ਦੇ ਵਿੱਚ ਬਹੁਤ ਹੀ ਜ਼ਿਆਦਾ ਸੰਘਰਸ਼ ਆ ਤੇ ਹਰ ਇੱਕ ਬੰਦਾ ਤਹਿ ਦਿਲੋਂ ਆਪਣੀ ਜਿੰਨੇ ਜੋਗਾ ਵੀ ਨਾਲ ਪੂਰੇ ਸਪੋਰਟ ਦਿੱਤੀ। ਸਾਰੇ ਬੈਠੇ ਤਾਰੀਫ। ਕਿਆ ਕਹਿਣਾ ਚਾਹੋਗੇ ਤੁਸੀਂ ਸਮੇਂ ਦੀਆਂ ਸਰਕਾਰਾਂ ਨੂੰ ਜਿਹੜਾ ਝੁਕਣ ਦਾ ਨਾਂ ਨਹੀਂ ਲੈ ਰਹੀਆਂ? ਸਰਕਾਰਾਂ ਨੂੰ ਝੁਕਣਾ ਚਾਹੀਦਾ। ਕਿਸੇ ਵੀ ਕੋਈ ਵੀ ਇਨਸਾਨ ਹੋਵੇ, ਕਿਸੇ ਦਾ ਮਨ ਦੁਖੀ ਕਰਨਾ, ਸਾਲ ਸਵਾ ਸਾਲ ਹੋ ਗਿਆ ਇੰਨਾ ਚਿਰ ਸੰਘਰਸ਼ ਕਰਦਿਆਂ ਨੂੰ, ਸਰਕਾਰ ਨੂੰ ਚੁੱਕਣਾ ਹੀ ਚਾਹੀਦਾ, ਸੋਚਣਾ ਚਾਹੀਦਾ ਪਬਲਿਕ ਲਈ। ਜੇ ਪਬਲਿਕ ਨਹੀਂ ਖੁਸ਼ ਤਾਂ ਸਰਕਾਰ ਦਾ ਕੀ ਮਤਲਬ ਹੈ? ਸਰਕਾਰ ਕਾਹਦੀ ਸਰਕਾਰ ਹੈ? ਕਿਉਂਕਿ ਭਾਰਤ ਵੀ ਲੋਕਤੰਤਰ ਦੇਸ਼ ਆ, ਲੋਕਾਂ ਦੁਆਰਾ ਹੀ ਸਰਕਾਰ ਬਣਾਈ ਜਾਂਦੀ ਆ। ਅੱਜ ਉਹੀ ਆਂਦਾ ਤਾਂ ਜਿਹਦੀ ਫੋਟੋ
ਕਦੇ ਨੋਟਾਂ ਦੇ ਪਿੱਛੇ ਲੱਗਦੀ ਸੀ, ਅੱਜ ਸਾਡਾ ਸੜਕਾਂ ਤੇ ਰੁਲਿਆ ਹੋਇਆ ਆ। ਕਿਆ ਯੂਥ ਨੂੰ ਕਿਆ ਇੱਕ ਮੈਸੇਜ ਦੇਣਾ ਚਾਹੋਗੇ ਜਿਹੜਾ ਹਜੇ ਵੀ ਘਰਾਂ ਦੇ ਵਿੱਚ ਬੈਠਾ ਹੋਇਆ? ਤਕਰੀਬਨ ਯੂਥ ਜਿਹੜਾ ਬੈਠਾ ਵੀ ਆ, ਯੂਥ ਕੋਈ 10-20% ਚਲੋ ਕੋਈ ਹੋਊਗਾ ਵੀ ਜਿਹੜਾ ਬੈਠਾ, ਤਕਰੀਬਨ ਆਮ ਯੂਥ ਸਾਰਾ ਨਾਲ ਹੀ ਆ। ਅਸੀਂ ਸਵੇਰ ਤੋਂ ਦੇਖਦੇ ਆ, ਦੇਖ ਲਓ ਕਿਹੜਾ ਟਾਈਮ ਹੋ ਗਿਆ, ਤਕਰੀਬਨ ਸਾਰੇ ਯੂਥ, ਆਮ ਪਿੰਡਾਂ ਦੇ ਮੁੰਡੇ, ਸਾਰੇ ਬਜ਼ੁਰਗ, ਆਪਣੇ ਸਾਰਾ ਭਾਈਚਾਰਾ ਤਕਰੀਬਨ ਸਾਰਾ ਇਕੱਠਾ ਹੀ ਬੈਠਾ। ਜੇ ਇਹਦੇ ਵਿੱਚ ਅਸੀਂ ਗੱਲ ਕਰੀਏ, ਸੰਯੁਕਤ ਕਿਸਾਨ ਮੋਰਚੇ ਵੱਲ ਇੱਕ ਗੱਲ ਆਖੀ ਗਈ ਸੀ ਕਿ ਜੋ ਐਮਰਜੈਂਸੀ ਸੇਵਾਵਾਂ ਹੈ, ਚਾਹੇ ਉਹ ਫਾਇਰ ਬ੍ਰਿਗੇਡ ਦੀਆਂ ਸੇਵਾਵਾਂ ਹੋਣ, ਚਾਹੇ ਉਹ ਹਸਪਤਾਲ ਦੀਆਂ ਸੇਵਾਵਾਂ ਹੋਣ, ਉਹ ਬਹਾਲ ਕੀਤੀਆਂ ਗਈਆਂ। ਉਹਨਾਂ ਨੂੰ ਤਾਂ ਨਹੀਂ ਕੋਈ ਤੰਗੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ? ਬਿਲਕੁਲ ਨਹੀਂ ਜੀ। ਆਪਾਂ ਉਹਨਾਂ ਨੂੰ ਜਦ ਵੀ ਆਉਂਦੇ ਆ ਉਹਨਾਂ ਨੂੰ ਅਲੱਗ ਰਸਤਾ ਰੱਖਿਆ ਜੀ। ਪ੍ਰੋਪਰ ਕੋਈ ਐਂਬੂਲੈਂਸਾਂ ਦੀ ਆ ਜਾਂ ਕੋਈ ਪੇਸ਼ੈਂਟ ਆਉਂਦਾ ਜਾਂ ਹੋਰ ਵੀ ਕੋਈ ਜ਼ਰੂਰੀ ਕੋਈ ਮਸਲਾ ਹੈਗਾ, ਉਹਨਾਂ ਨੂੰ ਸਪੈਸ਼ਲ ਲਗਾਇਆ ਜਾਂਦਾ। ਕਿਸਾਨੀ ਦੇ ਨਾਅਰੇ ਲੱਗ ਰਹੇ ਨੇ, 3 ਕਾਨੂੰਨਾਂ ਦੇ ਵਿਰੋਧ ਦੇ ਵਿੱਚ ਨਾਅਰੇ ਲੱਗ ਰਹੇ ਨੇ। ਕੈਮਰਾਮੈਨ ਬਲਜਿੰਦਰ ਸਿੰਘ ਦੇ ਨਾਲ ਮੈਂ ਸੁਖਵਿੰਦਰ ਸੈਣੀ, ਧੰਨਵਾਦ।